तेग बहादुर सिमरिए कर नाउ नित आवे ताए। तेग बहादुर सिमरिए कर नाउ नित आवे ताए। सतनाम ਧੰਨ ਵਾਹਿਗੁਰੂ ਜੀ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਨੋ। ਸੂਰੇ ਸੇ ਆਗੈ ਆਖੀਐ ਹੈ, ਦਰਗਹ ਪਾਵਹਿ ਸਾਚੀ ਮਾਨੋ। ਦਰਗਹ ਮਾਨ ਪਾਵਹਿ ਪਤ ਸਿਉ ਜਾਵਹਿ। ਆਗੈ ਦੁਖ ਨਾ ਲਾਗੈ, ਕਰ ਏਕ ਧਿਆਵਹਿ ਤਾਂ ਫਲ ਪਾਵਹਿ। ਜਿਤ ਸੇਵਿਆ ਭਉ ਭਾਗੈ, ਊਚਾ ਨਹੀਂ ਕਹਿਣਾ। ਮਨ ਮਹਿ ਰਹਿਣਾ, ਆਪੇ ਜਾਣੈ ਜਾਨੋ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਹਿ ਪਰਵਾਨੋ। ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਟਾਪੀ ਚਾਦਰ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛੱਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਅਤੇ ਦੇਸ਼ ਅਤੇ ਵਿਦੇਸ਼ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਆਪ ਸੰਗਤ ਲੜੀਵਾਰ ਗੁਰ ਇਤਿਹਾਸ ਸਤਿਗੁਰ ਮਹਾਰਾਜ ਜੀ ਦਾ ਸਰਵਨ ਕਰ ਰਹੇ ਹੋ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਸੀ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਗਰੇ ਤੋਂ ਗ੍ਰਿਫਤਾਰ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਦਿੱਲੀ ਲਿਆਂਦਾ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇੱਕ ਪੁਰਾਣੀ ਹਵੇਲੀ ਦੇ ਵਿੱਚ ਰੱਖਿਆ ਗਿਆ, ਜਿੱਥੋਂ ਦੀ ਇਹ ਰਵਾਇਤ ਆਖਦੀ ਹੈ ਕਿ ਉਸ ਹਵੇਲੀ ਦੇ ਵਿੱਚ ਕੋਈ ਦੈਤ ਰਹਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ 3 ਸਿੱਖ ਨੇ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ। 3 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ। ਭਾਈ ਉਹਦਾ ਅਤੇ ਭਾਈ ਗੁਰਦਿੱਤਾ ਜਿਹੜੇ ਸਨ, ਉਹ ਧੰਨ ਗੁਰੂ ਤੇਗ ਬਹਾਦਰ ਜੀ ਦੇ ਹੁਕਮ ਦੇ ਨਾਲ ਦਿੱਲੀ ਦੇ ਵਿੱਚ ਭਾਈ ਨਾਨੂ, ਭਾਈ ਲੱਖੀ ਸ਼ਾਹ ਵਣਜਾਰਾ, ਭਾਈ ਜੈਤਾ ਜੀ, ਭਾਈ ਨਿਗਾਹੀਆ, ਇਹਨਾਂ ਸਾਰੇ ਗੁਰਸਿੱਖਾਂ ਦੇ ਨਾਲ ਜਿਹੜਾ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗ੍ਰਿਫਤਾਰੀ ਅਤੇ ਸ਼ਹਾਦਤ ਹੋਣ ਦੇ ਸਮੇਂ ਤੱਕ ਪੂਰੇ ਮਸਲੇ ਦੇ ਉੱਪਰ ਇਹਨਾਂ ਨੇ ਨਿਗਾਹ ਰੱਖੀ ਹੋਈ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਨ ਆਪਾਂ ਉਹਨਾਂ ਸ਼ਹੀਦਾਂ ਦੀ ਦਾਸਤਾਨ ਨੂੰ ਕਹਿ ਸਕੀਏ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੇ ਦਰਸ਼ਨ ਕਰ ਸਕੀਏ। ਆਪ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨ, ਆਪ ਸੰਗਤ ਆਸੀਸ ਬਖਸ਼ੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਾਜੀ ਅਬਦੁਲ ਵਾਹਬ ਵੋਰਾ ਅਤੇ ਜਿਹੜਾ ਉੱਥੋਂ ਦਾ ਕਿਲ੍ਹੇਦਾਰ ਹੈ ਮੁਲਫਤਤ ਖਾਨ ਜਿਹੜਾ ਹੈ, ਉਹ ਕਾਜੀ ਦੇ ਨਾਲ ਉਹਨਾਂ ਨੇ ਮਿਲ ਕਰਕੇ ਸਫੀ ਖਾਨ ਜਿਹੜਾ ਹੈ ਉੱਥੋਂ ਦਾ ਨਿਜ਼ਾਮ ਦਿੱਲੀ ਦਾ ਹੈ, ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪਹਿਲਾਂ ਤਾਂ ਉਸ ਹਵੇਲੀ ਦੇ ਵਿੱਚ ਰੱਖਿਆ।
ਭਾਈ ਮਤੀ ਦਾਸ ਜੀ ਦੇ ਬਚਨ ਜਿਹੜੇ ਸਨ ਕਿ ਦਿੱਲੀ ਅਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਦਾ ਹੈ, ਇਹ ਬਚਨਾਂ ਦੀ ਖਬਰ ਜਿਹੜੀ ਸੀ ਅਬਦੁਲ ਵਾਹਬ ਵੋਹਰਾ ਦੇ ਕੋਲ ਵੀ ਗਈ। ਉਹਨਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਲਾਲ ਕਿਲ੍ਹੇ ਦੇ ਵਿੱਚ ਪਹਿਲੀ ਪੇਸ਼ੀ ਹੁੰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਸਿੱਖਾਂ ਨੂੰ ਇਹ ਗੱਲ ਕਹੀ ਸੀ, ਕਹਿਣ ਲੱਗੇ ਕਿ ਦੇਖੋ ਤੁਸੀਂ ਦਿੱਲੀ ਤੇ ਲਾਹੌਰ ਦੀ ਇੱਟ ਖੜਕਾਉਣ ਦੀ ਗੱਲ ਕਰਦੇ ਹੋ, ਕੁਝ ਕਰਾਮਾਤ ਕਰਕੇ ਦਿਖਾਓ, ਕੀ ਤੁਸੀਂ ਸੱਚੀ ਖੜਕਾ ਸਕਦੇ ਹੋ? ਤੇ ਭਾਈ ਮਤੀ ਦਾਸ ਕਹਿੰਦੇ ਸੀ ਜੇ ਗੁਰੂ ਹੁਕਮ ਕਰੇ ਤੇ ਬਿਲਕੁਲ ਖੜਕਾ ਸਕਦੇ ਹਾਂ, ਪਰ ਸੱਚੇ ਪਾਤਸ਼ਾਹ ਦਾ ਹੁਕਮ ਹੈ ਕਿ ਅਸੀਂ ਕਰਾਮਾਤ ਨਹੀਂ ਦਿਖਾ ਸਕਦੇ, ਅਸੀਂ ਤਾਕਤ ਨਹੀਂ, ਅਸੀਂ ਤਾਂ ਸ਼ਹਾਦਤ ਦੇਣ ਵਾਸਤੇ ਆਏ ਹਾਂ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਾਰ-ਬਾਰ ਇਹ ਗੱਲ ਆਖੀ ਗਈ, ਕਹਿਣ ਲੱਗੇ ਕਿ ਦੇਖੋ ਤੁਹਾਡੇ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਨੇ ਉਹ ਪਹਿਲੇ ਜਾਮੇ ਦੇ ਵਿੱਚ ਜਿਸ ਰੀਤੀ ਨੂੰ ਜਿਨ੍ਹਾਂ ਨੇ ਅਪਣਾਉਣ ਤੋਂ ਇਨਕਾਰ ਕਰ ਦਿੱਤਾ, ਅੱਜ ਤੁਸੀਂ ਉਹਨਾਂ ਦੇ ਵਾਸਤੇ ਹੀ ਆਪਣੇ ਸਰੀਰ ਦਾ ਬਲੀਦਾਨ ਦੇਣ ਵਾਸਤੇ ਚੱਲ ਪਏ ਹੋ। ਤੁਸੀਂ ਐਵੇਂ ਕਿਉਂ ਕਰਦੇ ਪਏ ਹੋ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਾਜੀ ਅਬਦੁਲ ਵਾਹਬ ਵੋਹਰਾ ਨੂੰ ਕਿਹਾ ਸੀ, ਕਹਿਣ ਲੱਗੇ ਕਿ ਅੱਜ ਮੁਸਲਮਾਨ ਜਿਹੜਾ ਹੈ ਉਹ ਜਰਵਾਨਾ ਬਣ ਗਿਆ ਹੈ, ਹਿੰਦੂ ਤਿਗਾਨਾ ਹੈ, ਮੁਸਲਮਾਨ ਜਰਵਾਨਾ ਹੈ, ਹਿੰਦੂ ਨਿਮਾਣਾ ਹੋ ਕਰਕੇ ਆਇਆ, ਤੇ ਅਸੀਂ ਜਿਹੜਾ ਵੀ ਸਾਡੇ ਕੋਲ ਨਿਮਾਣਾ ਹੋ ਕੇ ਆਏਗਾ ਭਾਵੇਂ ਉਹ ਕਿਸੇ ਵੀ ਧਰਮ ਦਾ ਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਬਚਨ ਕਹੇ ਸਨ, ਕਹਿਣ ਲੱਗੇ ਜੇਕਰ ਉਲਟ ਸਮਾਂ ਹੁੰਦਾ ਕਿ ਹਿੰਦੂ ਜ਼ੁਲਮ ਕਰਦੇ ਹੁੰਦੇ ਤੇ ਮੁਸਲਮਾਨ ਸਾਡੀ ਪਨਾਹ ਦੇ ਵਿੱਚ ਆਉਂਦੇ ਤੇ ਅਸੀਂ ਤਾਂ ਸੀਸ ਦੇਣ ਵਾਸਤੇ ਮੁਸਲਮਾਨਾਂ ਲਈ ਵੀ ਤਿਆਰ ਹੋ ਜਾਣਾ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿਹਾ ਗਿਆ ਕਿ ਫਿਰ ਕਰਾਮਾਤ। ਮਹਾਰਾਜ ਕਹਿੰਦੇ ਨੇ ਜਿਹੜਾ ਆਪਣੇ ਦੀਨ ਦੇ ਵਿੱਚ ਪੱਕਾ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਪਣਾ ਦੀਨ ਆਪਣਾ ਧਰਮ ਪਿਆਰਾ, ਕਿਉਂਕਿ ਮਹਾਰਾਜ ਜੀ ਨੂੰ ਇਸਲਾਮ ਧਾਰਨ ਕਰਨ ਦੀ ਜਿਹੜੀ ਸੀ ਉੱਥੇ ਤਜਵੀਜ਼ ਰੱਖੀ ਗਈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੋ ਆਪਣੇ ਘਰ ਰਹੇ ਸੋ ਦੀਨ ਕਹਾਵੇ, ਦੂਜੇ ਘਰ ਬੇਦੀਨ ਅਖਾਵੇ। ਮਹਾਰਾਜ ਕਹਿੰਦੇ ਨੇ ਅਜ਼ਮਤ ਦਿਖਾਓ, ਕਰਾਮਾਤ ਦਿਖਾਓ, ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਅਜ਼ਮਤ ਹੈ ਕਹਿਰ ਫਕੀਰ ਨਹੀਂ ਦੱਸੇ, ਸਾਈਂ ਖੜਾ ਸਿਰ ਉੱਪਰ ਹਸੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਬਿਲਕੁਲ ਨਹੀਂ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗ੍ਰਿਫਤਾਰ ਕੀਤਾ, ਲਾਲ ਕਿਲ੍ਹੇ ਦੇ ਵਿੱਚ ਪੇਸ਼ੀ ਕੀਤੀ ਗਈ। ਸੱਚੇ ਪਾਤਸ਼ਾਹ ਮਹਾਰਾਜ ਨੂੰ ਬਿਲਕੁਲ ਤੰਗ ਕਰਨ ਵਾਸਤੇ ਕਿ ਇੱਕ ਪਿੰਜਰਾ ਬਣਾਇਆ ਗਿਆ ਜਿਹਦੇ ਵਿੱਚ ਨਾ ਤੇ ਬੈਠਿਆ ਜਾ ਸਕਦਾ ਸੀ ਤੇ ਨਾ ਲੇਟਿਆ ਜਾ ਸਕਦਾ ਸੀ, ਕੇਵਲ ਖਲੋਤਾ ਜਾ ਸਕਦਾ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੋਤਵਾਲੀ ਦੇ ਵਿੱਚ ਜਿਹੜਾ ਸੀ ਰੱਖਿਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਛੁਡਾਉਣ ਵਾਸਤੇ ਸਿੱਖਾਂ ਨੇ ਵੀ ਸੋਚਿਆ, ਕਿਉਂਕਿ ਜਿਹੜਾ ਕਾਜੀ ਅਬਦੁਲ ਵਾਹਬ ਵੋਹਰਾ ਹੈ ਇਹ ਉਸ ਸਮੇਂ ਦਾ ਬਹੁਤ ਜ਼ਿਆਦਾ ਲਾਲਚੀ ਹੈ, ਤੇ ਜਦੋਂ ਇਹਦੇ ਨਾਲ ਗੱਲ ਕੀਤੀ ਕਹਿੰਦਾ ਮੈਂ 1 ਕਰੋੜ ਰੁਪਈਆ ਲਵਾਂਗਾ ਤੇ ਫਿਰ ਮੈਂ ਇਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਛੁਡਾ ਸਕਦਾ ਹੈ। ਉੱਥੇ ਬਚਨ ਇਤਿਹਾਸ ਦੇ ਵਿੱਚ ਮਿਲਦੇ ਨੇ, ਸਿੱਖਾਂ ਜਾਏ ਮੁਸਦੀਆ ਰੁਪਈਆ ਕਰੋੜ ਦੇਣਾ ਕਹਿਆ। ਸਿੱਖਾਂ ਨੇ ਜਾ ਕੇ ਫਿਰ ਕਰੋੜ ਰੁਪਈਏ ਦੀ ਗੱਲ ਵੀ ਜਦੋਂ ਕੀਤੀ ਤੇ ਇਤਿਹਾਸਕਾਰ ਕਹਿੰਦੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪਤਾ ਲੱਗਿਆ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰੋਕ ਦਿੱਤਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੇ ਨਾਲ ਜਿਹੜੇ ਸਿੱਖ ਨੇ, ਦੇਖੋ ਇਤਿਹਾਸ ਪੜ੍ਹ ਕੇ ਦੇਖੋ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ 3 ਸਿੱਖ ਜਾਂਦੇ ਆ ਤੇ ਤਿੰਨੇ ਸਿੱਖ ਜਿਹੜੇ ਨੇ ਆਪਾ ਕੁਰਬਾਨ ਕਰਨ ਵਾਸਤੇ ਉਹ ਤਿਆਰ ਬੈਠੇ ਹੋਏ ਨੇ। ਤੇ ਦੂਸਰੇ ਪਾਸੇ ਇਤਿਹਾਸ ਦੇ ਵਿੱਚ ਦੇਖੋ ਕਿ ਹਜ਼ਰਤ ਈਸਾ ਨੂੰ ਜਿਸ ਵੇਲੇ ਸੂਲੀ ਦੇ ਉੱਤੇ ਚਾੜਨਾ ਸੀ ਤੇ ਇਹਦੇ ਨਾਲ ਇਹਦੇ 13 ਚੇਲੇ ਸਨ, ਤੇ 13 ਦੇ ਵਿੱਚੋਂ ਇੱਕ ਵੀ ਚੇਲਾ ਜਿਹੜਾ ਸੀ ਉਹ ਆਪਣੇ ਇਸ਼ਟ ਤੋਂ ਕੁਰਬਾਨ ਹੋਣ ਵਾਸਤੇ ਤਿਆਰ ਨਹੀਂ ਹੋਇਆ, ਸਗੋਂ ਹਜ਼ਰਤ ਈਸਾ ਨੂੰ ਬੁਰੇ ਭਲੇ ਬਚਨ ਵੀ ਉਸ ਵੇਲੇ ਕਹੇ ਸਨ। ਵਿਦਵਾਨਾਂ ਨੇ ਬਚਨ ਉਹ ਸਾਂਭ ਕੇ ਰੱਖੇ, ਬਾਈਬਲ ਦੇ ਵਿੱਚ ਬਚਨ ਨੇ, ਕਹਿੰਦੇ ਨੇ ਹਜ਼ਰਤ ਈਸਾ ਨੂੰ ਜਿਸ ਵੇਲੇ ਸੂਲੀ ਦੇ ਉੱਤੇ ਟੰਗਣ ਤੋਂ ਪਹਿਲਾਂ ਪਹਾੜ ਦੇ ਉੱਤੇ ਲੈ ਕੇ ਗਏ, ਉਹਨੇ ਆਪਣੇ ਦੋਹੇ ਹੱਥ ਜੋੜ ਕੇ ਪੱਥਰ ਦੇ ਉੱਤੇ ਉਹ ਬਾਹਾਂ ਰੱਖੀਆਂ ਤੇ ਉਹ ਤਾਂ ਨੂੰ ਹੱਥ ਕਰਕੇ ਆਖਦਾ ਪਿਆ ਹੈ ਕਿ ਹੇ ਖੁਦਾ ਤੂੰ ਕਿਰਪਾ ਕਰੇ, ਦੁੱਖਾਂ ਦਾ ਪਿਆਲਾ ਮੇਰੇ ਤੋਂ ਦੂਰ ਰੱਖੀ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੇ ਨਾਲ ਜਿਹੜੇ ਸਿੱਖ ਨੇ ਉਹ ਕੁਰਬਾਨ ਹੋਣ ਵਾਸਤੇ ਗੁਰੂ ਤੋਂ ਤਿਆਰ ਬੈਠੇ ਨੇ। ਸੱਚੇ ਪਾਤਸ਼ਾਹ ਮਹਾਰਾਜ ਦੇ ਵਾਸਤੇ ਤੇ ਸਿੱਖਾਂ ਦੇ ਵਾਸਤੇ ਅਬਦੁਲ ਵਾਹਬ ਵੋਹਰਾ, ਕਿਉਂਕਿ ਔਰੰਗਜ਼ੇਬ ਜਿਹੜਾ ਹੈ ਉਹ ਹੁਕਮ ਦੇ ਕੇ ਚਲੇ ਗਿਆ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਤੇਗ ਬਹਾਦਰ ਤੇ ਇਹਨਾਂ ਦੇ ਸਿੱਖਾਂ ਨੂੰ
ਇਸਲਾਮ ਦੇ ਦਾਇਰੇ ਵਿੱਚ ਲੈ ਕੇ ਆਓ। ਜੇਕਰ ਇਹ ਨਹੀਂ ਆਉਂਦੇ ਤੇ ਜਿੰਨਾ ਵੀ ਮਾੜਾ ਹਸ਼ਰ ਇਹਨਾਂ ਦਾ ਕਰ ਸਕਦੇ ਹੋ ਉਸੇ ਤਰ੍ਹਾਂ ਦੀਆਂ ਸਜ਼ਾਵਾਂ ਦਿਓ। ਆਪ ਇਹ ਫਿਰ ਹਸਨ ਅਬਦਾਲ ਚਲੇ ਗਿਆ। ਕਾਜੀ ਅਬਦੁਲ ਵਾਹਬ ਵੋਰਾ ਜਿਹੜਾ ਹੈ ਉਹ ਸਾਰੀ ਕਾਰਵਾਈ ਦੇਖਦਾ ਪਿਆ ਹੈ। ਉਹਨੇ ਫਿਰ ਜਿਹੜਾ ਸੀ ਪਹਿਲੇ ਸਿੱਖ ਨੂੰ ਚੁਣਿਆ, ਭਾਈ ਮਤੀ ਦਾਸ ਜਿਹੜੇ ਸਨ ਉਹਨਾਂ ਨੂੰ ਚੁਣਿਆ ਗਿਆ। ਕਹਿਣ ਲੱਗੇ ਕਿ ਇਹਨਾਂ ਨੂੰ 2 ਤਖਤਿਆਂ ਦੇ ਵਿੱਚ ਪੀੜ ਕੇ ਬੰਨ੍ਹ ਦਿੱਤਾ ਜਾਏ, ਸੀਸ ਦੇ ਉੱਤੇ ਆਰਾ ਰੱਖਿਆ ਜਾਏ। ਤੇ ਭਾਈ ਮਤੀ ਦਾਸ ਨੂੰ ਫਿਰ ਪੁੱਛਿਆ ਗਿਆ, ਜਦੋਂ ਦੋਨਾਂ ਫੱਟਿਆਂ ਦੇ ਵਿੱਚ ਬੰਨ੍ਹ ਦਿੱਤਾ, 2 ਤਖਤ ਮੋ ਦਿਆ ਬੰਧਾਏ, ਜਲਾਦਨ ਕੋ ਹੁਕਮ ਕਰਵਾਇਆ, ਆਰੇ ਸੋ ਤਿਨ ਤਨ ਚੀਰਾਏ। ਧੰਨ ਭਾਈ ਮਤੀ ਦਾਸ ਸਾਹਿਬ ਜੀ ਜਿਹੜੇ ਨੇ ਗੁਰੂ ਘਰ ਦੇ ਦੀਵਾਨ ਜਿਹੜੇ ਨੇ ਉਹਨਾਂ ਨੂੰ ਫੱਟਿਆਂ ਦੇ ਵਿੱਚ ਪੀੜ ਕੇ ਬੰਨ੍ਹ ਦਿੱਤਾ ਗਿਆ। ਹੁਕਮ ਹੋ ਗਿਆ ਕਿ ਇਹਨਾਂ ਦੇ ਸੀਸ ਦੇ ਉੱਤੇ ਆਰਾ ਰੱਖ ਕੇ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਇਹਨਾਂ ਦੇ ਸਰੀਰ ਦੇ 2 ਟੁਕੜੇ ਕੀਤੇ ਜਾਣ। ਭਾਈ ਮਤੀ ਦਾਸ ਜੀ ਨੂੰ ਉਸ ਵੇਲੇ ਫਿਰ ਕਾਜੀ ਨੇ ਇਹ ਗੱਲ ਪੁੱਛੀ ਸੀ। ਕਹਿਣ ਲੱਗਾ ਕਿ ਦੱਸੋ ਕਿ ਜ਼ਿੰਦਗੀ ਕਿੰਨੀ ਪਿਆਰੀ ਹੈ, ਜੇਕਰ ਤੁਹਾਡੀ ਕੋਈ ਆਖਰੀ ਇੱਛਾ ਹੈ ਤੇ ਉਹ ਵੀ ਦੱਸ ਦਿਓ। ਜੇ ਤੁਸੀਂ ਇਸਲਾਮ ਧਾਰਨ ਕਰ ਲਵੋ ਤੇ ਤੁਹਾਨੂੰ ਅਸੀਂ ਛੱਡ ਸਕਦੇ ਹਾਂ, ਨਾਲੇ ਇਨਾਮ ਵੱਖਰਾ ਦੇਵਾਂਗੇ। ਭਾਈ ਮਤੀ ਦਾਸ ਜੀ ਨੇ ਉਸ ਵੇਲੇ ਬਚਨ ਕਹੇ ਸੀ। ਕਹਿਣ ਲੱਗੇ ਮੇਰੀ ਇੱਕ ਹੀ ਇੱਛਾ ਹੈ ਕਿ ਮਰਨ ਤੋਂ ਪਹਿਲਾਂ, ਸ਼ਹਾਦਤ ਤੋਂ ਪਹਿਲਾਂ ਮੇਰਾ ਮੂੰਹ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਵਾਲੇ ਪਾਸੇ ਕਰਿਓ। ਮਹਾਰਾਜ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਸਾਹਮਣੇ ਉਹਨਾਂ ਨੂੰ ਰੱਖਿਆ ਗਿਆ ਪਿੰਜਰੇ ਦੇ ਵਿੱਚ, ਤਾਂ ਕਿ ਉਹ ਦੇਖ ਕੇ ਉਹਨਾਂ ਦਾ ਮਨ ਡਰ ਜਾਏ। ਇਹਨਾਂ ਤਸੀਹਾਂ ਨੂੰ ਦੇਖ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਾਹਮਣੇ ਬੈਠੇ ਨੇ, ਸਾਹਮਣੇ ਉਸ ਪਿੰਜਰੇ ਦੇ ਵਿੱਚ ਨੇ। ਭਾਈ ਮਤੀ ਦਾਸ ਨੂੰ ਫੱਟਿਆਂ ਦੇ ਵਿੱਚ ਪੀੜ ਕੇ ਬੰਨਿਆ, ਆਰਾ ਸੀਸ ਦੇ ਉੱਤੇ ਰੱਖਿਆ। ਭਾਈ ਮਤੀ ਦਾਸ ਨੇ ਜਲਾਦਾਂ ਨੂੰ ਇਹ ਗੱਲ ਆਖੀ ਸੀ। ਕਹਿਣ ਲੱਗੇ ਕਿ ਆਰਾ ਚਲਾਉਣ ਲੱਗਿਓ, ਇੱਕ ਗੱਲ ਦਾ ਧਿਆਨ ਰੱਖਿਓ ਕਿ ਆਰੇ ਦਾ ਚੀਰ ਜਿਹੜਾ ਹੈ ਉਹਨੂੰ ਸਿੱਧਾ ਪਾਇਓ। ਉਹਨਾਂ ਨੇ ਹੈਰਾਨ ਹੋ ਕੇ ਪੁੱਛਿਆ ਸੀ। ਕਹਿਣ ਲੱਗੇ ਮਤੀ ਦਾਸ, ਇਹ ਆਰੇ ਦੇ ਚੀਰ ਤੋਂ ਤੈਨੂੰ ਡਰ ਨਹੀਂ ਲੱਗਦਾ? ਲੱਕੜਾਂ ਚੀਰੀਆਂ ਹੋਈਆਂ ਤੇ ਤੂੰ ਦੇਖੀਆਂ ਹੋਣਗੀਆਂ, ਅੱਜ ਬੰਦਾ ਪਹਿਲੀ ਵਾਰੀ ਇਹਦੇ ਨਾਲ ਚੀਰਿਆ ਜਾਣਾ ਹੈ। ਭਾਈ ਮਤੀ ਦਾਸ ਨੇ ਉਸ ਵੇਲੇ ਕਿਹਾ ਸੀ। ਕਹਿਣ ਲੱਗੇ ਨਹੀਂ, ਚੀਰ ਸਿੱਧਾ ਪਾਇਓ। ਮੈਂ ਦੁਨੀਆ ਦੇ ਸੁੱਖ ਬਹੁਤ ਦੇਖੇ ਨੇ, ਅੱਜ ਮੈਂ ਆਰੇ ਦਾ ਸੁੱਖ ਦੇਖਣਾ ਚਾਹੁੰਦਾ ਹੈ। ਉਹਨਾਂ ਨੇ ਥੋੜ੍ਹਾ ਜਿਹਾ ਚੀਰ ਪਾਇਆ, ਖੂਨ ਦੀ ਧਾਰ ਜਦੋਂ ਵਾਕੇ ਚਿਹਰੇ ਦਾੜੇ ਤੱਕ ਆਈ। ਉਹ ਕਹਿੰਦਾ ਹੁਣ ਆਰਾ ਰੋਕਿਓ ਨਾ। ਭਾਈ ਮਤੀ ਦਾਸ ਜੀ ਨੇ ਉਸ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ। ਆਰਾ ਚੱਲਦਾ ਪਿਆ ਏ ਤੇ ਉਹ ਪੁੱਛਦੇ ਸੀ ਆਰੇ ਦਾ ਚੀਰ ਕਿਉਂ ਕਿਹਾ ਸਿੱਧਾ ਪਾਇਓ? ਕਹਿਣ ਲੱਗੇ ਕਿ ਮੇਰੀ ਕੌਮ ਨੇ ਕੱਲ ਨੂੰ ਆ ਕੇ ਦੇਖਣਾ, ਜੇ ਆਰੇ ਦਾ ਚੀਰ ਤੁਸੀਂ ਟੇਢਾ ਪਾ ਦਿੱਤਾ, ਉਹ ਸੋਚਣਗੇ ਕਿ ਸ਼ਾਇਦ ਉਹ ਡਰ ਗਿਆ ਹੋਏਗਾ, ਉਹਨੂੰ ਪੀੜ ਮਹਿਸੂਸ ਹੋਈ ਹੋਏਗੀ, ਤਾਂ ਆਰੇ ਦਾ ਚੀਰ ਵਿੰਗਾ ਟੇਢਾ ਪਿਆ। ਸਿੱਧਾ ਚੀਰ ਪਾਇਓ ਤਾਂ ਕਿ ਮੇਰੀ ਕੌਮ, ਮੇਰੇ ਗੁਰੂ ਕੱਲ ਨੂੰ ਆ ਕੇ ਜਦੋਂ ਤੱਕੇਗਾ ਤੇ ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਅਡੋਲ ਹੋ ਕਰਕੇ ਸ਼ਹਾਦਤ ਦਾ ਜਾਮ ਪੀ ਕੇ ਗਿਆ ਹੈ। ਭਾਈ ਮਤੀ ਦਾਸ ਸਾਹਿਬ ਉਹਨਾਂ ਦੇ ਬਚਨ ਵਿਦਵਾਨ ਲਿਖਦੇ ਨੇ ਕਿ ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਜੋ ਸਿਦਕ ਦਿਆ ਸਤਿਗੁਰਾਂ ਸੋ ਨਾ ਹਾਰਿਆ ਜਾਏ। ਭਾਈ ਮਤੀ ਦਾਸ ਜੀ ਦੇ ਸੀਸ ਦੇ ਉੱਪਰ ਆਰਾ ਰੱਖਿਆ ਗਿਆ। 10 ਨਵੰਬਰ ਸਨ 1675 ਦੀਆਂ ਇਹਨਾਂ ਸਿੱਖਾਂ ਦੀਆਂ ਸ਼ਹਾਦਤਾਂ ਨੇ। ਆਰਾ ਜਿਹੜਾ ਸੀ ਉਹ ਚੱਲਦਾ ਪਿਆ ਹੈ ਤੇ ਭਾਈ ਮਤੀ ਦਾਸ ਜਿਹੜੇ ਨੇ ਉਹ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਪਾਠ ਕਰੀ ਜਾ ਰਹੇ ਨੇ, ਆਰਾ ਚੱਲਦਾ ਪਿਆ ਤੇ ਦੇਖਣ ਵਾਲੇ ਲੋਕ ਕਹਿੰਦੇ ਨੇ ਕਿ ਦੇਖੋ ਆਰੇ ਦੇ ਥੱਲੇ ਅੱਜ ਇਨਸਾਨ ਚੀਰਿਆ ਪਿਆ, ਇਸ ਇੰਦੀ ਹਾਲਤ ਕੀ ਹੋਏਗੀ ਅੰਦਰ ਦੀ। ਤੇ ਨਾਲ ਨਾਲ ਬਾਣੀ ਦੀਆਂ ਪੰਕਤੀਆਂ ਉਸ ਵੇਲੇ ਚੱਲਦੀਆਂ ਪਈਆਂ ਸਨ ਕਿ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਆਰਾ ਸਰੀਰ ਨੂੰ 2 ਫਾੜ ਕਰਦਾ ਸੀ ਤੇ ਲੋਕ ਸੋਚਦੇ ਸੀ ਇਹ ਸਰੀਰ ਦੇ ਨਾਲ ਭਾਣਾ ਵਰਤ ਗਿਆ, ਬਣੇਗਾ ਇਹਦਾ ਕੀ। ਤੇ ਬਾਣੀ ਦੀਆਂ ਪੰਕਤੀਆਂ ਉਸ ਸਰੀਰ ਦੇ ਵਿੱਚੋਂ ਆਵਾਜ਼ ਆਉਂਦੀ ਪਈ ਸੀ ਕਿ ਏਤ ਰਾਹੇ ਪਤ ਪਵੜੀਆਂ ਚੜੀਏ ਹੋਏ ਆਕੀਸ। ਤੇ ਜਿਸ ਵੇਲੇ ਸਰੀਰ ਦੇ 2 ਫਾੜ ਹੋ ਗਏ, ਸਰੀਰ ਦੇ 2 ਟੁਕੜੇ ਹੋ ਗਏ, ਸੱਜੇ ਖੱਬੇ ਟੁਕੜੇ ਜਦੋਂ ਡਿੱਗੇ ਤੇ ਲੋਕ ਸੋਚਦੇ ਸੀ ਕਿ ਬਾਣੀ ਸ਼ਾਇਦ ਅੱਧੀ ਅਧੂਰੀ ਪੜੀ ਗਈ, ਪਰ ਉਹਨਾਂ ਸਰੀਰ ਦਿਆਂ ਦੋਨਾਂ ਟੁਕੜਿਆਂ ਦੇ ਵਿੱਚੋਂ ਗੁਰਬਾਣੀ ਦੇ ਜਪਜੀ ਸਾਹਿਬ ਦੇ ਸ਼ਲੋਕ ਦੀ ਆਵਾਜ਼ ਆਈ। ਜਪਜੀ ਸਾਹਿਬ ਦਾ ਸ਼ਲੋਕ ਜਿਹੜਾ ਸੀ ਉਹਨਾਂ ਦੋਨਾਂ ਟੁਕੜਿਆਂ ਦੇ ਵਿੱਚੋਂ ਆਵਾਜ਼ ਦੇ ਨਾਲ ਪੜ੍ਹਿਆ ਗਿਆ। ਭਾਈ ਮਤੀ ਦਾਸ ਦੀ ਸ਼ਹਾਦਤ ਤੋਂ ਬਾਅਦ
ਭਾਈ ਦਿਆਲਾ ਜੀ ਥੋੜੇ ਜੋਸ਼ ਦੇ ਵਿੱਚ ਆ ਕੇ ਉਹਨਾਂ ਨੇ ਬਚਨ ਕਹੇ ਸੀ। ਕਹਿਣ ਲੱਗੇ, ਤੁਸੀਂ ਸਿੱਖ ਦੇ ਸਰੀਰ ਦੇ ਉੱਤੇ ਆਰਾ ਨਹੀਂ ਚਲਾਇਆ, ਤੁਸੀਂ ਆਪਣੀ ਹਕੂਮਤ ਦਾ ਤਖਤ ਵੱਢ ਕੇ ਰੱਖ ਦਿੱਤਾ, ਤੁਸੀਂ ਤੇ ਮੁਗਲ ਹਕੂਮਤ ਦੀਆਂ ਜੜ੍ਹਾਂ ਦੇ ਉੱਤੇ ਆਰਾ ਚਲਾ ਦਿੱਤਾ। ਉਹਨਾਂ ਕਿਹਾ, ਕਹਿਣ ਲੱਗੇ, ਤੁਸੀਂ ਸਾਡੇ ਉੱਤੇ ਸਾਡੀ ਹਕੂਮਤ ਤੇ ਆਰੇ ਦੀ ਗੱਲ ਕਰਦੇ ਹੋ, ਜੇ ਤੈਨੂੰ ਇਹ ਨਹੀਂ ਪਤਾ ਕਿ ਤੇਰੇ ਨਾਲ ਕੀ ਹੋਣਾ। ਅਬਦੁਲ ਵਾਹਬ ਵੋਰੀ ਨੇ ਕਿਹਾ ਕਿ ਦੇਗ ਪਾਣੀ ਦੀ ਗਰਮ ਕਰੋ। ਭਾਈ ਦਿਆਲੇ ਨੂੰ ਫਿਰ ਦੇਗ ਦੇ ਵਿੱਚ ਬਿਠਾਉਣ ਲੱਗੇ ਨੇ। ਭਾਈ ਦਿਆਲੇ ਨੇ ਹੱਥ ਜੋੜ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਅਰਦਾਸ ਕੀਤੀ ਕਿ ਹੇ ਗੁਰੂ ਅਰਜਨ ਦੇਵ ਮਹਾਰਾਜ, ਪੰਜਵੇਂ ਜਾਮੇ ਦੇ ਵਿੱਚ ਆਪ ਉਬਾਲੇ ਤੁਸੀਂ ਦੇਗ ਵਿੱਚ ਖਾਦੇ ਸੀ, ਕਿਰਪਾ ਕਰਿਓ ਅੱਜ ਦਾਸ ਉਬਾਲੇ ਖਾਣ ਲੱਗਿਆ। ਸੱਚੇ ਪਾਤਸ਼ਾਹ ਮਹਾਰਾਜ, ਤੁਸੀਂ ਕਿਰਪਾ ਕਰੋਗੇ ਤੇ ਮੈਂ ਵੀ ਤੁਹਾਡੇ ਵਾਂਗੂ ਸ਼ਹਾਦਤ ਦਾ ਜਾਮ ਪੀ ਸਕਾਂ। ਭਾਈ ਦਿਆਲਾ ਸਾਹਿਬ ਜੀ ਉਹਨਾਂ ਨੂੰ ਉਹਨਾਂ ਜਲਾਦਾਂ ਨੇ ਕਿਹਾ ਸੀ, ਕਹਿਣ ਲੱਗੇ ਕਿ ਸਬਜ਼ੀਆਂ ਉਬਲਦੀਆਂ ਤੁਸੀਂ ਬਹੁਤ ਦੇਖੀਆਂ ਹੋਣਗੀਆਂ, ਪਰ ਬੰਦਾ ਉਬਲਦਾ ਅੱਜ ਪਹਿਲੀ ਵਾਰੀ ਤੱਕੋਗੇ। ਭਾਈ ਦਿਆਲਾ ਜੀ ਨੇ ਉਸ ਵੇਲੇ ਬਚਨ ਕਹੇ ਸੀ, ਕਹਿਣ ਲੱਗੇ ਕਿ ਤੁਸੀਂ ਭੁੱਲ ਚੁੱਕੇ ਹੋ, ਤੁਸੀਂ ਭੁੱਲੇ ਹੋ, ਅਸੀਂ ਨਹੀਂ ਭੁੱਲੇ। ਅਜੇ ਤਾਂ ਕੇਵਲ 69 ਸਾਲ ਹੋਏ ਨੇ, ਕਿਉਂਕਿ ਸਨ 1606 ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੈ ਤੇ 1675 ਦੇ ਵਿੱਚ ਗੁਰੂ ਤੇਗ ਬਹਾਦਰ ਤੇ ਸਿੱਖਾਂ ਦੀ ਸ਼ਹਾਦਤ। ਤੇ ਭਾਈ ਦਿਆਲਾ ਜੀ ਕਹਿੰਦੇ ਨੇ ਅਜੇ ਤੇ 69 ਸਾਲ ਹੀ ਹੋਏ ਨੇ, 70 ਵੀ ਨਹੀਂ ਪੂਰੇ ਹੋਏ। ਕਹਿਣ ਲੱਗੇ ਕਿ ਸਾਡੇ ਗੁਰੂ ਨੇ ਸਾਨੂੰ ਜਾਚ ਦੱਸ ਦਿੱਤੀ ਕਿ ਦੇਗ 'ਚ ਉਬਲੀ ਦਾ ਕਿਵੇਂ ਹੈ। ਆਗਨ ਦੇਗ ਕੇ ਨੀਚੇ ਜਗਨ ਕਰਾ ਦੀ, ਹੋ ਸਿੱਖ ਨੇ ਨੱਕ ਨਾ ਵਟਿਓ, ਹਾਏ ਨਾ ਸੀ ਭਈ। ਭਾਈ ਦਿਆਲਾ ਜੀ ਨੂੰ ਉਬਲਦੀ ਹੋਈ ਦੇਗ ਦੇ ਵਿੱਚ ਬਿਠਾ ਦਿੱਤਾ ਗਿਆ, ਉਹਨਾਂ ਦੇ ਉੱਪਰ ਢੱਕਣ ਲਾ ਦਿੱਤਾ ਗਿਆ ਦੇਗ ਦੇ ਵਿੱਚ, ਜਿਵੇਂ ਸਬਜ਼ੀਆਂ ਨੂੰ ਰਿੰਨਿਆ ਜਾਂਦਾ ਹੈ ਇਵੇਂ ਫਿਰ ਭਾਈ ਦਿਆਲਾ ਨੂੰ ਉਸ ਦੇਗ ਦੇ ਵਿੱਚ ਉਬਾਲਿਆ ਗਿਆ। ਕੁਝ ਸਮੇਂ ਬਾਅਦ ਜਦੋਂ ਉਸ ਦੇਗ ਦਾ ਢੱਕਣ ਚੁੱਕਿਆ ਗਿਆ, ਭਾਈ ਦਿਆਲਾ ਦੀਆਂ ਕੇਵਲ ਹੱਡੀਆਂ ਸਨ, ਸਰੀਰ ਜਿਹੜਾ ਸੀ ਮਾਸ ਸਾਰਾ ਢਲ ਚੁੱਕਿਆ ਸੀ, ਮਾਸ ਉਸ ਪਾਣੀ ਦੇ ਵਿੱਚ ਉਬਾਲ ਦਿੱਤਾ ਗਿਆ ਸੀ, ਕੇਵਲ ਹੱਡੀਆਂ ਉਸ ਸਰੀਰ ਦੀਆਂ ਭਾਈ ਦਿਆਲਾ ਸਾਹਿਬ ਜੀ ਦੀਆਂ ਉਸ ਦੇਗ ਦੇ ਵਿੱਚੋਂ ਬਾਹਰ ਨਿਕਲੀਆਂ। ਭਾਈ ਦਿਆਲਾ ਜੀ ਦੀ ਸ਼ਹਾਦਤ ਹੁੰਦੀ ਹੈ। ਉਸ ਤੋਂ ਬਾਅਦ ਵਿੱਚ ਭਾਈ ਸਤੀ ਦਾਸ ਜੀ, ਜਿਹੜੇ ਭਾਈ ਮਤੀ ਦਾਸ ਜੀ ਦੇ ਸਕੇ ਭਰਾ ਨੇ, ਜਿਨ੍ਹਾਂ ਦੇ ਸਰੀਰ ਨੂੰ ਦੋ ਫਾੜ ਕਰ ਦਿੱਤਾ ਗਿਆ। ਅਰਧੋ ਅਰਧ ਚਿਰਾਏ ਸੁਡਾਰਾ, ਪਰਿਓ ਪ੍ਰਿਥਵੀ ਪਰ ਹੋਏ ਦੋ ਫਾਰਾ, ਦੋ ਤਨ ਤੇ ਜਪਜੀ ਪੜੇ, ਹੇਰਤ ਸਭ ਕੇ ਅਚਰਜ ਬੜੇ। ਜਿਸ ਦੇ ਸਰੀਰ ਦੇ ਵਿੱਚੋਂ ਜਪਜੀ ਦੀ ਆਵਾਜ਼ ਆਉਂਦੀ ਸੀ, ਜਿਸ ਦੇ ਧੜ ਦੇ ਦੋ ਟੁਕੜੇ ਧਰਤੀ ਦੇ ਉੱਤੇ ਪਏ ਸੀ, ਉਹਨਾਂ ਦੇ ਭਰਾ ਭਾਈ ਸਤੀ ਦਾਸ ਜੀ ਨੂੰ ਹੁਣ ਲਿਆਂਦਾ ਗਿਆ। ਭਾਈ ਸਤੀ ਦਾਸ ਜੀ ਨੂੰ ਹੁਕਮ ਕਰ ਦਿੱਤਾ ਗਿਆ ਕਿ ਇਹਨਾਂ ਨੂੰ ਰੂੰ ਦੇ ਵਿੱਚ ਲਪੇਟੋ। ਪੈਰਾਂ ਤੋਂ ਲੈ ਕਰਕੇ ਗਲੇ ਤੱਕ ਰੂੰ ਦੇ ਵਿੱਚ ਲਪੇਟ ਦਿੱਤਾ ਗਿਆ। ਸਰੀਰ ਦਾ ਕੋਈ ਵੀ ਅੰਗ ਜਿਹੜਾ ਸੀ ਉਹ ਰੂੰ ਤੋਂ ਬਾਹਰ ਨਹੀਂ ਸੀ, ਕੇਵਲ ਚਿਹਰਾ ਬਾਹਰ ਸੀ। ਤੇ ਉਹ ਚਾਹੁੰਦੇ ਸੀ ਕਿ ਜੇਕਰ ਅੱਗ ਲਾਵਾਂਗੇ, ਅੱਗ ਤੋਂ ਸੜਦਿਆਂ ਹੋਇਆਂ ਬੰਦਾ ਕਹਿੰਦਾ ਹੈ ਕਿ ਮੈਨੂੰ ਬਚਾ ਲਿਆ ਜਾਵੇ, ਤੇ ਜੇ ਇਹ ਮੌਤ ਤੋਂ ਡਰਦਿਆਂ ਹੋਇਆਂ ਜ਼ਿੰਦਗੀ ਬਚਾਉਣ ਵਾਸਤੇ ਗੁਹਾਰ ਕਰਨਗੇ ਤਾਂ ਅਸੀਂ ਇਹਨਾਂ ਨੂੰ ਪਾਣੀ ਦੇ ਉੱਤੇ ਸੁੱਟ ਕਰਕੇ ਤੇ ਇਹਨਾਂ ਨੂੰ ਬਚਾ ਲਵਾਂਗੇ ਤੇ ਕਵਾਂਗੇ ਦੇਖੋ ਜੀ ਕਿ ਇਹ ਸਿੱਖ ਜਿਹੜਾ ਸੀ ਉਹ ਡੋਲ ਗਿਆ। ਭਾਈ ਸਤੀ ਦਾਸ ਗੁਰੂ ਘਰ ਦੇ ਵਿਦਵਾਨ ਨੇ, ਲਿਖਾਰੀ ਨੇ। ਭਾਈ ਸਤੀ ਦਾਸ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਨੇ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੰਗਤ ਵਿੱਚ ਰਹਿਣਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਵੀ ਕੋਈ ਉਪਦੇਸ਼ ਦੇਣਾ, ਬਾਣੀ ਉਚਾਰਨ ਕਰਨੀ, ਤੇ ਭਾਈ ਸਤੀ ਦਾਸ ਜਿਹੜੇ ਸਨ ਉਹਨਾਂ ਨੇ ਉਹ ਬਾਣੀ ਨੂੰ ਫਾਰਸੀ ਦੇ ਵਿੱਚ ਲਿਖ ਲੈਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਫਿਰ ਤੀਸਰੇ ਸਿੱਖ ਨੇ ਭਾਈ ਸਤੀ ਦਾਸ ਜੀ। ਭਾਈ ਸਤੀ ਦਾਸ ਜੀ ਨੂੰ ਰੂੰ ਦੇ ਵਿੱਚ ਲਪੇਟ ਦਿੱਤਾ ਗਿਆ। ਪੈਰਾਂ ਵਾਲੇ ਪਾਸਿਓਂ ਉਹਨਾਂ ਨੂੰ ਅੱਗ ਲਾਈ ਗਈ। ਦੇਖੋ ਜਿਵੇਂ ਰੂੰ ਦੀ ਵੱਟੀ ਵੱਟ ਕੇ ਦੀਵੇ ਵਿੱਚ ਰੱਖੋ ਨਾ, ਤੇਲ ਪਾ ਦਿਓ, ਉਹ ਇਸ ਕਰਕੇ ਹੁੰਦਾ ਹੈ ਕਿ ਤੇਲ ਜਿਹੜਾ ਹੈ ਉਹ ਸਾਰੀ ਰਾਤ ਸੜਦਾ ਰਹਿੰਦਾ ਹੈ ਤੇ ਉਹ ਦੀਵੇ ਦੀ ਵੱਟੀ ਜਿਹੜੀ ਹੈ ਸਵੇਰ ਤੱਕ ਤੇਲ ਤੇ ਸੜ ਜਾਏਗਾ, ਪਰ ਵੱਟੀ ਉਵੇਂ ਦੀ ਉਵੇਂ ਰਹੇਗੀ। ਇਹ ਸੁੱਕੇ ਰੂੰ ਦੇ ਵਿੱਚ ਲਪੇਟ ਕੇ ਜਦੋਂ ਅੱਗ ਲਾਈ ਤੇ ਸ਼ਮਾ ਦੇ ਉਸ ਪਰਵਾਨੇ ਵਾਂਗੂ, ਸ਼ਮਾ ਦੇ ਵਾਂਗੂ ਉਹ ਭਾਈ ਸਤੀ ਦਾਸ ਜਿਹੜੇ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਜਲੇ। ਸ਼ਹਾਦਤ ਦਾ ਉਹਨਾਂ ਨੇ ਜਾਮ ਪੀਤਾ। ਤੇ ਭਾਈ ਸਤੀ ਦਾਸ ਦੀ ਸ਼ਹਾਦਤ ਹੋਣ ਤੋਂ ਬਾਅਦ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਮੁਸਕਰਾਏ। ਉਹਨਾਂ ਨੇ ਪੁੱਛਿਆ ਸੀ, ਕਹਿਣ ਲੱਗੇ ਮੁਸਕਰਾਉਣ ਦਾ ਕਾਰਨ ਕੀ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਿਹਰੇ ਤੇ ਕੇਵਲ ਇੰਨੇ ਬਚਨ ਸਨ
ਧਨ ਸਿੱਖੀ, ਧਨ ਸਿੱਖੀ, ਧਨ ਸਿੱਖੀ। ਅੱਜ ਵੀ ਦੇਖੋ ਕਿ ਦਿੱਲੀ ਵਿੱਚ ਜਦੋਂ ਜਾਓਗੇ ਤੇ ਦਿੱਲੀ ਦੇ ਲਾਲ ਕਿਲੇ ਨੂੰ ਰਾਜਿਆਂ ਮਹਾਰਾਜਿਆਂ ਨੇ ਬਣਾਇਆ ਤੇ ਉਸ ਲਾਲ ਕਿਲੇ ਨੂੰ ਨਿਵਾਉਣ ਵਾਸਤੇ ਕਈਆਂ ਨੇ ਹਮਲੇ ਕੀਤੇ। ਕਦੀ ਉਹਦੇ ਤੇ ਹਰੇ ਨਿਸ਼ਾਨ ਝੁੱਲੇ, ਕਦੀ ਹੈਦਰੀ ਨਿਸ਼ਾਨ ਉਹਦੇ ਤੇ ਝੁੱਲਦੇ ਨੇ, ਕਦੀ ਅੰਗਰੇਜ਼ਾਂ ਦੇ ਨਿਸ਼ਾਨ ਉਸ ਕਿਲੇ ਦੇ ਉੱਤੇ ਝੁੱਲੇ, ਕਦੀ ਹੁਣ ਤਿਰੰਗਾ ਉਸ ਕਿਲੇ ਦੇ ਉੱਤੇ ਝੂਲਦਾ ਪਿਆ ਹੈ। ਪਰ ਸੱਚ ਕਰਕੇ ਜਾਣੋ, ਉਸ ਕਿਲੇ ਨੂੰ ਤੇ ਕਈ ਵਾਰੀ ਨਿਵਾ ਦਿੱਤਾ ਗਿਆ, ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੇ ਉਹਨਾਂ ਦੇ ਸਿੱਖ ਜਿਹੜੇ ਨੇ ਭਾਈ ਦਿਆਲਾ ਜੀ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ, ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਚਾਂਦਨੀ ਚੌਂਕ ਵਿੱਚ, ਉੱਥੇ ਸਰਦਾਰ ਬਘੇਲ ਸਿੰਘ ਹੋਣਾ ਨੇ ਜਿਸ ਵੇਲੇ ਤੋਂ ਕੇਸਰੀ ਨਿਸ਼ਾਨ ਚੜਾਇਆ, ਉਸ ਵੇਲੇ ਤੋਂ ਲੈ ਕਰ ਕਿਤੇ ਰਹਿੰਦੀ ਦੁਨੀਆ ਤੱਕ ਉੱਥੇ ਕੇਸਰੀ ਨਿਸ਼ਾਨ ਝੂਲਦੇ ਪਏ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਕਿ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਉਹ 10 ਨਵੰਬਰ ਦੀ ਸ਼ਾਮ ਨੂੰ, ਕਿਉਂਕਿ ਇਹ ਸ਼ਹਾਦਤਾਂ ਤਿੰਨੋਂ ਹੋ ਚੁੱਕੀਆਂ ਨੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪਿੰਜਰੇ ਸਣੇ ਉਹਨਾਂ ਨੂੰ ਕੁਤਵਾਲੀ ਦੇ ਵਿੱਚ ਰੱਖਿਆ ਗਿਆ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇੱਕ ਪਾਸੇ ਤਾਂ ਫਿਰ ਉਸੇ ਜੇਲ੍ਹ ਦੇ ਵਿੱਚ, ਉਸੇ ਪਿੰਜਰੇ ਦੇ ਵਿੱਚ ਲੈ ਕੇ ਗਏ ਤੇ ਨਾਲ ਹੀ ਉਹਨਾਂ ਅਬਦੁਲ ਵਾਹਬ ਵੋਰਾ ਕਾਜ਼ੀ ਜਿਹੜਾ ਹੈ, ਉਹਨੇ ਸ਼ਹਿਰ ਦੇ ਵਿੱਚ ਢੰਡੋਰਾ ਫਿਰਾ ਦਿੱਤਾ ਕਿ ਕੱਲ 11 ਨਵੰਬਰ 1675 ਦੀ ਸਵੇਰ ਚੜ੍ਹੇਗੀ। ਉਸ ਸਵੇਰ ਨੂੰ ਸਿੱਖਾਂ ਦੇ ਗੁਰੂ ਤੇ ਜਿਨੇ ਹਮਾਇਤ ਕੀਤੀ ਕਿ ਮੈਂ ਤਿਲਕ ਤੇ ਜੰਜੂ ਨੂੰ ਬਚਾਵਾਂਗਾ, ਉਹਨਾਂ ਦਾ ਜਿਹੜਾ ਸਿਰ ਆ ਉਹ ਧੜ ਤੋਂ ਅਲੱਗ ਕਰ ਦਿੱਤਾ ਜਾਏਗਾ। ਸਵੇਰੇ ਸਵੇਰੇ ਸ਼ਹਾਦਤ ਨਹੀਂ ਹੁੰਦੀ। 11 ਨਵੰਬਰ ਨੂੰ ਉਹ ਚਾਹੁੰਦੇ ਸੀ ਕਿ ਲੋਕਾਂ ਦਾ ਇਕੱਠ ਹੋਵੇ, ਲੋਕ ਇਸ ਜ਼ੁਲਮ ਨੂੰ ਤੱਕਣ ਤੇ ਇਸ ਜ਼ੁਲਮ ਨੂੰ ਤੱਕਦਿਆਂ ਹੋਇਆਂ ਉਹਨਾਂ ਨੂੰ ਪਤਾ ਲੱਗੇ ਕਿ ਜਿਹੜਾ ਸਰਕਾਰ ਦੇ ਨਾਲ ਮੱਥਾ ਲਾਏਗਾ ਉਹਨਾਂ ਦਾ ਹਸ਼ਰ ਕੀ ਹੋ ਸਕਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਣੀ ਉਹਨਾਂ ਨੇ ਕਸਟਡੀ ਦੇ ਵਿੱਚ ਰੱਖਿਆ ਗਿਆ, ਉਹਨਾਂ ਨੇ ਸ਼ਹਿਰ ਦੇ ਵਿੱਚ ਢੰਡੋਰਾ ਫਰਾ ਦਿੱਤਾ ਗਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਅਗਲੇ ਦਿਨ ਸ਼ਹੀਦ ਕਰਨਾ ਹੈ। ਜਲਾਦ ਜਲਾਲੂਦੀਨ ਜਿਹੜਾ ਸਮਾਣੇ ਦਾ ਰਹਿਣ ਵਾਲਾ ਹੈ, ਕਿਉਂਕਿ ਸਮਾਣੇ ਦੇ ਸ਼ਾਸਲ ਬੇਗ ਤੇ ਬਾਸ਼ਲ ਬੇਗ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਜ਼ਿਬਾ ਕੀਤਾ, ਉਹ ਵੀ ਸਮਾਣੇ ਦੇ ਰਹਿਣ ਵਾਲੇ ਸਨ। ਜਿਹੜਾ ਕਾਜੀ ਵਲੀ ਹਸਨ ਸੀ, ਜਿਹੜਾ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਉਹ ਕੁਰਾਨ ਜਿੰਦੇ ਤੇ ਔਰੰਗਜ਼ੇਬ ਨੇ ਕਸਮ ਲਿਖ ਕੇ ਭੇਜਿਆ ਸੀ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ ਤੇ ਅਸੀਂ ਹਮਲਾ ਤੁਹਾਡੇ ਤੇ ਨਹੀਂ ਕਰਾਂਗੇ, ਉਹ ਕੁਰਾਨ ਜਿਹੜਾ ਲੈ ਕੇ ਆਇਆ ਸੀ ਕਾਜੀ ਵਲੀ ਹਸਨ, ਉਹ ਵੀ ਸਮਾਣੇ ਦਾ ਰਹਿਣ ਵਾਲਾ ਸੀ। ਜਲਾਲੂਦੀਨ ਜਿਹੜਾ ਜਲਾਦ ਹੈ, ਇਹ ਵੀ ਸਮਾਣੇ ਦਾ, ਜਿਹਨੇ ਸਤਿਗੁਰੂ ਮਹਾਰਾਜ ਜੀ ਨੂੰ ਅਗਲੇ ਦਿਨ ਸ਼ਹੀਦ ਕਰਨਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦਾ ਜਿਹੜਾ ਪ੍ਰਸੰਗ ਹੈ ਉਹ ਅਗਲੇ ਦੀਵਾਨ ਦੇ ਵਿੱਚ ਆਪਾਂ ਸਰਵਣ ਕਰਾਂਗੇ। ਗੁਰੂ ਕਿਰਪਾ ਕਰੇ। ਆਓ ਅੰਤਮ 'ਚ ਅਰਦਾਸ ਕਰੀਏ। ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰੋ, ਆਪ ਵਿੱਚ ਵਰਤੋ। ਇਹ ਜਗਤ ਨੂੰ ਸੱਚੇ ਪਾਤਸ਼ਾਹ ਮਹਾਰਾਜ ਉਦੋਂ ਵੀ ਸੜਦਾ ਪਿਆ ਸੀ ਜਦੋਂ ਔਰੰਗਜ਼ੇਬ ਦਾ ਕਹਿਰ ਇਸ ਸੰਸਾਰ 'ਤੇ ਸੀ। ਅੱਜ ਵੀ ਸੱਚੇ ਪਾਤਸ਼ਾਹ ਮਹਾਰਾਜ ਇਹ ਮਹਾਂਮਾਰੀਆਂ ਦੇ ਦੌਰ ਦੇ ਵਿੱਚ ਸੜਦਾ ਬਲਦਾ ਪਿਆ ਹੈ। ਆਪ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ, ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ